ਹੈਲੋ ਸਟੂਡੈਂਟਸ, ਮੈਂ ਗੁਰਵਿੰਦਰ ਸਿੰਘ। ਅੱਜ ਮੈਥ ਦਾ ਇੱਕ ਨਵਾਂ ਟੌਪਿਕ ਰੈਸ਼ਨਲ ਨੰਬਰ ਤੁਹਾਡੇ ਨਾਲ ਡਿਸਕਸ ਕਰਾਂਗਾ। ਰੈਸ਼ਨਲ ਨੰਬਰ ਜਾਂ ਪਰਮੇਯ ਸੰਖਿਆਵਾਂ। ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ ਰੈਸ਼ਨਲ ਨੰਬਰ ਕੀ ਹੈ। ਕੋਈ ਵੀ ਸੰਖਿਆ ਜੋ P/Q ਦੇ ਰੂਪ ਵਿੱਚ ਦਰਸਾਈ ਜਾ ਸਕਦੀ ਹੋਵੇ, ਬਸ਼ਰਤੇ ਕਿ Q ਨਾਨ ਜ਼ੀਰੋ ਹੋਣਾ ਚਾਹੀਦਾ, ਭਾਵ ਕਿ Q ਜ਼ੀਰੋ ਨਹੀਂ ਹੋਣਾ ਚਾਹੀਦਾ ਓਵਰ ਦੇ ਵਿੱਚ। ਇਸ ਤੋਂ ਇਲਾਵਾ P ਅਤੇ Q ਦਾ HCF 1 ਹੋਣਾ ਚਾਹੀਦਾ, ਮੀਨਸ ਕਿ ਇਹ ਕੋ ਪ੍ਰਾਈਮ ਹੋਣੇ ਚਾਹੀਦੇ ਨੇ। ਓਵਰ ਵਿੱਚ Q ਜ਼ੀਰੋ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ ਇਹ ਓਵਰ ਵਿੱਚ ਜ਼ੀਰੋ ਹੋ ਜਾਂਦਾ ਹੈ ਤਾਂ ਸਮਥਿੰਗ ਓਵਰ ਜ਼ੀਰੋ ਇਨਫਿਨਿਟੀ ਬਣ ਜਾਏਗਾ, ਯਾਨੀ ਕਿ ਨੰਬਰ ਹੀ ਐਗਜ਼ਿਸਟ ਨਹੀਂ ਕਰੇਗਾ। ਸੋ ਕੋਈ ਵੀ ਸੰਖਿਆ ਜੋ P/Q ਫਾਰਮ ਵਿੱਚ ਹੋਵੇ ਅਤੇ ਇਹਨਾਂ ਦੋਵਾਂ ਦੀ ਕੰਡੀਸ਼ਨਾਂ ਨੂੰ ਪੂਰਾ ਕਰਦੀ ਹੋਵੇ, ਉਹ ਰੈਸ਼ਨਲ ਨੰਬਰ ਹੁੰਦੀ ਹੈ। ਇਹਦੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ, ਜਿਵੇਂ 4/5, 2/3, -5/7 ਪੋਜ਼ੀਟਿਵ ਜਾਂ ਨੈਗੇਟਿਵ ਰੈਸ਼ਨਲ ਨੰਬਰ ਹੋ ਸਕਦੇ ਨੇ। ਜੇਕਰ ਕੋਈ ਇਕੱਲੀ ਸੰਖਿਆ ਹੈ, 7 ਜਾਂ -2/3, ਉਹਦੇ ਓਵਰ ਵਿੱਚ ਅਸੀਂ 1 ਲਗਾ ਕੇ ਉਹਨੂੰ P/Q ਫਾਰਮ ਵਿੱਚ ਰਿਪਰਜੈਂਟ ਕਰ ਸਕਦੇ। ਹੁਣ ਅਸੀਂ ਗੱਲ ਕਰਾਂਗੇ ਕਿ ਯੂਕਲਿਡਸ ਡਿਵੀਜ਼ਨ ਲੈਮਾ ਜਾਂ ਯੂਕਲਿਡਸ ਡਿਵੀਜ਼ਨ ਲੋਗਰਿਥਮ ਜਾਂ ਇਹ ਕੀ ਹੈ, ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਬੜਾ ਮਹੱਤਵਪੂਰਨ ਅਤੇ ਬੇਸਿਕ ਜਿਹਾ ਕੰਸੈਪਟ ਵਾ, ਅਸੀਂ ਲਗਭਗ 3rd 4th ਦੇ ਪੜ੍ਹਦੇ ਆ ਰਹੇ ਹਾਂ ਕਿ ਗਿਵਨ ਪੋਜ਼ਿਟਿਵ ਇੰਟੀਜਰ A ਐਂਡ B, ਕਿ ਕਿਸੇ ਵੀ ਦੋ ਸੰਖਿਆਵਾਂ A ਅਤੇ B ਦੇ ਲਈ ਦੇਅਰ ਐਗਜ਼ਿਸਟ ਯੂਨੀਕ ਇੰਟੀਜਰ Q ਐਂਡ R ਸੱਚ ਦੈਟ A = BQ + R ਐਂਡ ਜੋ R ਵਾ, ਠੀਕ ਨਾ, ਉਹ ਗ੍ਰੇਟਰ ਦੈਨ = 0 ਔਰ ਲੈਸ ਦੈਨ B ਹੋਣਾ ਚਾਹੀਦਾ। ਮੰਨ ਲਓ ਅਸੀਂ 25 ਨੂੰ 7 ਨਾਲ ਡਿਵਾਈਡ ਕਰਦੇ ਹਾਂ। 25 ਨੂੰ ਅਸੀਂ A ਲੈ ਲਵੋ, 7 ਨੂੰ B ਲੈ ਲਵੋ। ਇਹਨੂੰ ਜਦੋਂ ਅਸੀਂ ਡਿਵਾਈਡ ਕਰਾਂਗੇ, ਕੁਸ਼ਚਨ 3 ਆਏਗਾ, ਰਿਮਾਈਂਡਰ 4 ਆਏਗਾ, ਅਤੇ Q ਨੂੰ 3 ਲੈ ਲਵੋ, R ਨੂੰ 4 ਲੈ ਲਵੋ। ਤਦ ਅਸੀਂ ਕੀ ਲਿਖਾਂਗੇ? 7 × 3 + 4 ਯਾਨੀ ਕਿ 25 ਬਣੇਗਾ। ਇੱਥੇ ਅਸੀਂ A ਅਤੇ B ਦੀ ਵੈਲਿਊ ਨੂੰ ਆਸਾਨੀ ਨਾਲ ਸਮਝ ਲਿਆ, ਯਾਨੀ ਕਿ ਜਾਂ ਤਾਂ ਰਿਮਾਈਂਡਰ 0 ਹੋਏਗਾ। ਜੇਕਰ ਰਿਮਾਈਂਡਰ 0 ਨਹੀਂ ਹੋਏਗਾ ਤਾਂ ਉਹ ਹਮੇਸ਼ਾ ਹੀ B ਦੇ ਨਾਲੋਂ ਛੋਟਾ ਹੋਏਗਾ। ਇਹ ਬੇਸਿਕ ਜਿਹਾ ਕੰਸੈਪਟ ਵਾ, ਜਿਹਨੂੰ ਅਸੀਂ ਯੂਕਲਿਡਸ ਡਿਵੀਜ਼ਨ ਲੈਮਾ ਕਹਿੰਦੇ ਹਾਂ। ਯੂਕਲਿਡਸ ਡਿਵੀਜ਼ਨ ਲੈਮਾ ਦੇ ਬੇਸ ਦੇ ਉੱਤੇ ਇੱਕ HCF ਹਾਈਐਸਟ ਕਾਮਨ ਫੈਕਟਰ ਕਿਵੇਂ ਫਾਈਂਡ ਆਊਟ ਕੀਤਾ ਜਾਂਦਾ ਵਾ, ਇਹਦੇ 'ਤੇ ਸਵਾਲ ਐਗਜ਼ਾਮ ਵਿੱਚ ਕਈ ਵਾਰ ਪੁੱਟ ਕੀਤਾ ਜਾਂਦਾ। ਕਿਸੇ ਵੀ ਦੋ ਸੰਖਿਆਵਾਂ C ਅਤੇ D ਦੇ ਲਈ, ਜਿੱਥੇ C D ਨਾਲੋਂ ਵੱਡੀ ਹੋਵੇ ਤਦ ਉਹ C = DQ + R, ਜਿਵੇਂ ਅਸੀਂ ਯੂਕਲਿਡਸ ਲੈਮਾ ਵਿੱਚ ਪੜ੍ਹਿਆ ਹੋਵੇ, ਰਿਪਰਜੈਂਟ ਕਰ ਸਕਦੇ ਇਹਨੂੰ। ਜਦੋਂ D ਦੀ ਵੈਲਿਊ, ਠੀਕ ਹੈ, ਜਦੋਂ R ਦੀ ਵੈਲਿਊ 0 ਹੋ ਜਾਵੇਗੀ ਤਦ D ਕੀ ਬਣੇਗਾ? ਇਹਨਾਂ ਦਾ HCF। ਜਿਵੇਂ ਮੈਂ ਇੱਥੇ ਇੱਕ ਐਗਜ਼ਾਮਪਲ ਲਈ ਆ, 165 ਅਤੇ 539। ਜਦੋਂ ਅਸੀਂ 539 ਨੂੰ ਵਿੱਚ ਰੱਖ ਕੇ 165 ਨਾਲ ਡਿਵਾਈਡ ਕਰਦੇ, ਇਸ ਤਰ੍ਹਾਂ ਅੱਗੇ ਪ੍ਰੋਸੈਸ ਚਲਾਉਂਦੇ ਜਾਓ। 44 ਹੇਠਾਂ ਬਚਿਆ, ਫਿਰ 165 ਨੂੰ ਵਿੱਚ ਰੱਖ ਦਿਓ, ਇਸ ਤਰ੍ਹਾਂ ਕਰਦੇ ਆ। ਜਦੋਂ ਲਾਸਟ ਵਿੱਚ 0 ਰਿਮਾਈਂਡਰ 0 ਹੋ ਜਾਂਦਾ ਹੈ ਤਾਂ ਤਾਦਾ D ਦੀ ਵੈਲਿਊ ਸਾਡੇ ਪਾਸ ਕਿੰਨੀ ਬਣਦੀ ਹੈ? 11। ਕਹਿਣ ਤੋਂ ਭਾਵ HCF ਕਿੰਨਾ ਬਣ ਜਾਂਦਾ? 11, ਯਾਨੀ ਕਿ ਇਹਨਾਂ ਦੋਵਾਂ ਨੂੰ ਦਾ ਕਾਮਨ ਫੈਕਟਰ ਉਹ 11 ਹੈ। ਇਸ ਤੋਂ ਬਾਅਦ ਅਸੀਂ ਨੈਕਸਟ ਡਿਸਕਸ ਕਰਾਂਗੇ ਕੁਝ ਹੋਰ ਵੀ ਬੜੀਆਂ ਮਹੱਤਵਪੂਰਨ ਵਿੱਚ ਕੰਸੈਪਟ ਹਨ ਕਿ ਐਵਰੀ ਪੋਜ਼ਿਟਿਵ ਆਡ ਇੰਟੀਜਰ is of the form 2Q + 1, 4Q + 1, 4Q + 3, 4Q + 1, 4Q + 3, 4Q + 5 ਇਹਨਾਂ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਅਸੀਂ ਐਗਜ਼ਾਮਪਲ ਲਵਾਂਗੇ। ਮੰਨ ਲਵੋ ਕਿ 25 ਅਸੀਂ ਐਗਜ਼ਾਮਪਲ ਲਈ ਨੇ, ਜਿਹੜਾ ਕਿ ਇੱਕ ਔਡ ਨੰਬਰ ਆ। 25 ਨੂੰ ਅਸੀਂ 12 × 2 + 1 ਜਾਂ 4 × 6 + 1 ਦੇ ਰੂਪ ਵਿੱਚ ਦਰਸਾ ਦਿੱਤਾ, ਯਾਨੀ ਕਿ 2Q + 1 ਦੇ ਰੂਪ ਵਿੱਚ ਵੀ ਅਤੇ 4Q + 1 ਦੇ ਰੂਪ ਵਿੱਚ। ਇਸੇ ਤਰ੍ਹਾਂ ਅਸੀਂ 47 ਐਗਜ਼ਾਮਪਲ ਲਈ ਨੇ। 47 ਨੂੰ ਵੇਖੋ, ਅਸੀਂ 4Q + 3, ਇਸ ਤੋਂ ਇਲਾਵਾ 6Q + 5 ਦੇ ਰੂਪ ਵਿੱਚ ਦਰਸਾ ਦਿੱਤਾ। ਇਸ ਤਰ੍ਹਾਂ ਕੋਈ ਵੀ ਪੋਜ਼ਿਟਿਵ ਆਡ ਇੰਟੀਜਰ ਇਹਨਾਂ ਦੀ ਫਾਰਮ ਵਿੱਚ ਹੀ ਦਰਸਾਇਆ ਜਾ ਸਕਦਾ ਹੋਵੇਗਾ। ਇਸ ਨਾਲ ਸੰਬੰਧਿਤ ਐਗਜ਼ਾਮ ਵਿੱਚ ਕੁਐਸਚਨ ਵੀ ਪੁੱਟ ਕਰ ਸਕਦੇ ਆ ਕਿ ਕਿਸੇ ਆਡ ਇੰਟੀਜਰ ਨੂੰ ਜਾਂ ਪੋਜ਼ਿਟਿਵ ਆਡ ਇੰਟੀਜਰ ਨੂੰ ਕਿਸ ਫਾਰਮ ਵਿੱਚ ਦਰਸਾਇਆ ਜਾ ਸਕਦਾ। ਥੱਲੇ ਆਪਸ਼ਨਸ ਹੋਣਗੀਆਂ, ਇਹਨੂੰ ਮਾਈਂਡ ਵਿੱਚ ਰੱਖਿਓ, ਇਹਦਾ ਕੋਈ ਕੁਐਸਚਨ ਪੁੱਟ ਕਰ ਸਕਦੇ। ਇੱਕ ਦੂਸਰਾ ਕੰਸੈਪਟ ਹੈ ਕਿ ਸਕੇਅਰ ਆਫ ਐਨੀ ਪੋਜ਼ਿਟਿਵ ਇੰਟੀਜਰ ਇਜ਼ ਆਫ ਦਾ ਫਾਰਮ 3m ਔਰ 3m + 1, ਕਿ ਕਿਸੇ ਵੀ ਪੋਜ਼ਿਟਿਵ ਇੰਟੀਜਰ ਦੇ ਸਕੁਏਅਰ ਨੂੰ, ਯਾਨੀ ਕਿ ਉਹਦੇ ਵਰਗ ਨੂੰ 3m ਜਾਂ 3m + 1 ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਕਹਿਣ ਤੋਂ ਭਾਵ ਜਾਂ ਤਾਂ ਉਹ 3 ਦਾ ਮਲਟੀਪਲ ਹੋਏਗਾ ਜਾਂ 3 ਦੇ ਮਲਟੀਪਲ ਨਾਲੋਂ 1 ਵੱਧ ਹੋਏਗਾ।
ਜਿਵੇਂ ਉਦਾਹਰਨ ਲਈ ਹੈ 15 15 ਦਾ ਸਕੁਏਅਰ 225 ਹੁੰਦਾ ਵਾ, 3 ਗੁਣਾ 75 ਬਣ ਗਿਆ, ਯਾਨੀ ਕਿ 3m ਫਾਰਮ ਵਿੱਚ ਬਣ ਗਿਆ, ਜਿੱਥੇ ਅਸੀਂ m ਦੀ ਵੈਲਿਊ 75 ਲੈ ਸਕਦੇ ਹਾਂ। ਇਸੇ ਤਰ੍ਹਾਂ 22 ਸਕੁਏਅਰ ਲੈ ਲਈਏ, ਕੋਈ ਵੀ ਪੋਜ਼ੀਟਿਵ ਇੰਟੀਜਰ, ਉਹ 484 ਬਣ ਗਿਆ, ਤਾਂ 3 ਗੁਣਾ 161 ਪਲੱਸ 1, ਯਾਨੀ ਕਿ ਇੱਥੇ ਅਸੀਂ m ਲੈ ਲਈਏ ਤਾਂ 3m + 1 ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਇਸ ਤੋਂ ਇਲਾਵਾ HCF ਦਾ ਇੱਕ ਕਨਸੈਪਟ ਹੈ, HCF ਅਤੇ LCM ਦੇ ਵਿੱਚ ਇੱਕ ਰਿਲੇਸ਼ਨ ਆਉਂਦਾ ਹੈ ਕਿ ਕਿਸੇ ਵੀ ਦੋ ਸੰਖਿਆਵਾਂ ਦਾ ਗੁਣਨਫਲ, ਯਾਨੀ ਕਿ ਉਹਨਾਂ ਦੀ ਪ੍ਰੋਡਕਟ ਉਹਨਾਂ ਦੇ HCF ਅਤੇ LCM ਦੇ ਗੁਣਨਫਲ ਦੇ ਬਰਾਬਰ ਹੁੰਦੀ ਹੈ, ਯਾਨੀ ਕਿ ਫਸਟ ਨੰਬਰ ਇੰਟੂ ਸੈਕਿੰਡ ਨੰਬਰ ਇੰਟੂ HCF ਇੰਟੂ LCM। ਇਸ ਦਾ ਐਗਜ਼ਾਮ ਵਿੱਚ ਸਵਾਲ ਵੀ ਆ ਜਾਂਦਾ ਹੈ, ਜਿਵੇਂ ਕਿ ਦੋ ਸੰਖਿਆਵਾਂ ਦਾ HCF ਅਤੇ LCM ਦਿੱਤਾ ਹੁੰਦਾ ਅਤੇ ਇੱਕ ਸੰਖਿਆ ਹੁੰਦੀ ਹੈ ਆਪਾਂ ਨੂੰ ਗਿਵਨ ਹੁੰਦੀ ਹੈ, ਅਤੇ ਅਸੀਂ ਦੂਸਰੀ ਸੰਖਿਆ ਫਾਈਂਡ ਆਊਟ ਕਰਕੇ ਦੇ ਸਕਦੇ ਇਸ ਰਿਲੇਸ਼ਨ ਦੇ ਨਾਲ। ਜਿਵੇਂ ਮੈਂ ਇੱਥੇ ਇੱਕ ਉਦਾਹਰਨ ਵੀ ਬਣਾਈ ਹੈ ਕਿ ਜੇਕਰ A ਮੰਨ ਲਓ 48 ਹੈ, B 45 ਹੈ, ਇਹਨਾਂ ਦਾ HCF 3 ਵਾ, LCM 720 ਹੈ, ਤਦ A ਅਤੇ B ਦੀ ਮਲਟੀਪਲਾਈ 2160 ਹੈ, ਯਾਨੀ ਕਿ ਦੋਵਾਂ ਸੰਖਿਆਵਾਂ ਦਾ ਗੁਣਨਫਲ, ਅਤੇ ਇਹਨਾਂ ਦੀ HCF ਅਤੇ LCM ਵੀ 2160 ਵਾ। ਇਸ ਰਿਲੇਸ਼ਨ ਨਾਲ ਸੰਬੰਧਿਤ ਐਗਜ਼ਾਮ ਵਿੱਚ ਸਵਾਲ ਕਈ ਵਾਰ ਆ ਜਾਂਦਾ। ਇਹਨਾਂ ਤੋਂ ਇਲਾਵਾ ਅਸੀਂ ਇੱਕ ਹੋਰ ਕਨਸੈਪਟ ਡਿਸਕਸ ਕਰਾਂਗੇ ਕਿ ਟਰਮੀਨੇਟਿੰਗ ਐਂਡ ਨਾਨ ਟਰਮੀਨੇਟਿੰਗ ਡੈਸੀਮਲ ਰਿਪਰੈਜ਼ੈਂਟੇਸ਼ਨ ਕੀ ਹੈ। ਜਿਵੇਂ ਕਿ ਟਰਮੀਨੇਟ ਦਾ ਅਰਥ ਹੈ ਖਤਮ ਕਰਨਾ, ਖਤਮ ਹੋ ਜਾਣਾ। ਜਿਵੇਂ ਮੰਨ ਲਓ ਅਸੀਂ 33 ਨੂੰ 44 ਨਾਲ ਡਿਵਾਈਡ ਕਰਦੇ ਹਾਂ, ਥੱਲੇ ਰਿਮਾਈਂਡਰ 0 ਬਚੇਗਾ ਅਤੇ ਇਹਦੀ ਵੈਲਿਊ ਆ ਜਾਏਗੀ 8.25। ਕਹਿਣ ਦਾ ਮਤਲਬ ਕਿ ਟਰਮੀਨੇਟ ਹੋ ਗਿਆ। ਇਸੇ ਤਰ੍ਹਾਂ ਅਸੀਂ 24 ਨੂੰ 7 ਨਾਲ ਡਿਵਾਈਡ ਕਰਦੇ ਹਾਂ। ਇਸ ਤਰ੍ਹਾਂ ਡਿਵਾਈਡ ਕਰਦਿਆਂ ਤੁਸੀਂ ਨੋਟ ਕਰੋ ਕਿ ਇੱਥੇ 3 ਹੈ, ਕੁਝ ਸਟੈਪਸ ਤੋਂ ਬਾਅਦ ਫਿਰ 3 ਆ ਜਾਵੇਗਾ, ਇੱਥੇ ਫਿਰ 0 ਲਾਵਾਂਗੇ, ਫਿਰ ਆ ਸਾਰੇ ਸਟੈਪ ਰਿਪੀਟ ਹੋਣਗੇ। ਇਸ ਤਰ੍ਹਾਂ ਚੱਲਦਾ ਰਹੇਗਾ, ਯਾਨੀ ਕਿ ਨਾਨ ਟਰਮੀਨੇਟ ਹੋ ਜਾਏਗਾ, ਕਦੀ ਖਤਮ ਨਹੀਂ ਹੋਏਗਾ। ਜਿਵੇਂ ਇੱਥੇ ਇੱਕ ਬਲੋਕ ਬਣੇਗਾ 42851, ਯਾਨੀ ਕਿ 4 2 8 5 7 1 ਦਾ ਇੱਕ ਬਲੋਕ ਬਣ ਗਿਆ। ਇਸੇ ਤਰ੍ਹਾਂ ਇਹ ਬਲੋਕ ਹੀ ਬਣਦਾ ਜਾਵੇਗਾ, ਪਰ ਇਹ ਕਦੀ ਵੀ ਖਤਮ ਨਹੀਂ ਹੋਏਗਾ। ਇਹ ਹੈ ਟਰਮੀਨੇਟਿੰਗ ਅਤੇ ਨਾਨ ਟਰਮੀਨੇਟਿੰਗ ਡੈਸੀਮਲ ਰਿਪਰੈਜ਼ੈਂਟੇਸ਼ਨ। ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਹੋਰ ਵਿਸਤਾਰ ਨਾਲ ਗੱਲ ਕਰਾਂਗੇ। ਨਾਨ ਟਰਮੀਨੇਟਿੰਗ ਰਿਪੀਟਿੰਗ, ਜੇਕਰ ਨਾਨ ਟਰਮੀਨੇਟਿੰਗ ਰਿਪੀਟਿੰਗ ਹੋਵੇ ਤਾਂ ਰੈਸ਼ਨਲ ਨੰਬਰ ਹੋਏਗਾ, ਯਾਨੀ ਕਿ ਜੇਕਰ ਉਹਦਾ ਬਲੋਕ ਰਿਪੀਟ ਹੋ ਰਿਹਾ ਹੋਵੇ ਤਾਂ ਰੈਸ਼ਨਲ ਨੰਬਰ ਹੁੰਦਾ। ਜੇਕਰ ਨਾਨ ਟਰਮੀਨੇਟਿੰਗ ਨਾਨ ਰਿਪੀਟਿੰਗ ਹੋਵੇ ਤਦ ਉਹ ਇਰੈਸ਼ਨਲ ਨੰਬਰ ਹੋਏਗਾ, ਯਾਨੀ ਕਿ ਪੁਆਇੰਟ ਤੋਂ ਬਾਅਦ ਰਿਪੀਟ ਹੁੰਦਾ ਜਾ ਰਿਹਾ ਵਾ, ਪੁਆਇੰਟ ਤੋਂ ਬਾਅਦ ਖਤਮ ਨਹੀਂ ਹੋ ਰਿਹਾ, ਨਾਨ ਟਰਮੀਨੇਟ ਚੱਲ ਰਿਹਾ, ਪਰ ਉਹ ਰਿਪੀਟ ਨਹੀਂ ਹੋ ਰਿਹਾ, ਉਹ ਰਿਪੀਟ ਨਹੀਂ ਹੋ ਰਿਹਾ, ਤਦ ਅਸੀਂ ਇਹਨੂੰ ਨਾਨ ਟਰਮੀਨੇਟਿੰਗ ਨਾਨ ਰਿਪੀਟਿੰਗ ਕਹਿੰਦੇ ਹਾਂ, ਇਰੈਸ਼ਨਲ ਨੰਬਰ ਹੁੰਦਾ। ਜਿਵੇਂ ਇੱਕ ਪਾਈ ਦੀ ਐਗਜ਼ਾਮਪਲ ਲਈ ਅਸੀਂ 3.14, ਇਸ ਤਰ੍ਹਾਂ ਇਹ ਅਨੰਤ ਤੱਕ ਚੱਲਦੀ ਹੈ, ਪਰ ਕੋਈ ਵੀ ਇਹਦੇ ਵਿੱਚ ਜਿਹੜਾ ਬਲੋਕ ਰਿਪੀਟ ਨਹੀਂ ਹੁੰਦਾ ਬਾਰ-ਬਾਰ, ਇਸ ਕਰਕੇ ਇਹਨੂੰ ਇੱਕ ਇਰੈਸ਼ਨਲ ਨੰਬਰ ਮੰਨਿਆ ਗਿਆ। ਇਸੇ ਤਰ੍ਹਾਂ ਇੱਕ ਉਦਾਹਰਨ ਹੋਰ ਹੈ, ਜਿਵੇਂ 2.101000100000, ਫਿਰ ਇਸ ਤਰ੍ਹਾਂ 0 ਵੱਧਦੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਇੱਕ ਵੀ ਐਗਜ਼ਾਮਪਲ ਲਈ ਹੈ, ਜਿਵੇਂ ਪਹਿਲਾਂ 1 2 ਹੈ, ਫਿਰ ਰਿਪੀਟ 11 22 ਹੋ ਰਿਹਾ, 111 222 ਹੋ ਰਿਹਾ, ਇਸ ਤਰ੍ਹਾਂ ਵੱਧਦਾ ਜਾਵੇਗਾ। ਕੋਈ ਵੀ ਬਲੋਕ ਰਿਪੀਟ ਨਹੀਂ ਹੋ ਰਿਹਾ, ਪਰ ਇਹ ਨਾਨ ਟਰਮੀਨੇਟਿੰਗ ਮਤਲਬ ਕਿ ਖਤਮ ਨਹੀਂ ਕਿਤੇ ਵੀ ਹੋ ਰਹੀ, ਇਸ ਕਰਕੇ ਇੱਕ ਇਰੈਸ਼ਨਲ ਨੰਬਰ ਹੈ। ਸੋ ਇਸ ਕਨਸੈਪਟ ਨੂੰ ਚੰਗੀ ਤਰ੍ਹਾਂ ਮਾਈਂਡ ਵਿੱਚ ਰੱਖਣਾ, ਇਹਦੇ ਨਾਲ ਸੰਬੰਧਿਤ ਕਈ ਵਾਰ ਐਗਜ਼ਾਮ ਵਿੱਚ ਕੁਐਸਚਨ ਪੁੱਟ ਕੀਤੇ। ਇਸ ਤੋਂ ਬਾਅਦ ਅਸੀਂ ਅੱਗੇ ਡਿਸਕਸ ਕਰਾਂਗੇ ਕਿ ਹਾਊ ਟੂ ਫਾਈਂਡ ਟਰਮੀਨੇਟਿੰਗ ਐਂਡ ਨਾਨ ਟਰਮੀਨੇਟਿੰਗ ਡੈਸੀਮਲ ਵਿਦਆਊਟ ਐਕਚੁਅਲ ਡਿਵੀਜ਼ਨ, ਕਿ ਡਿਵਾਈਡ ਕਰਨ ਤੋਂ ਬਿਨਾਂ ਹੀ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਕੋਈ ਜੋ ਫਰੈਕਸ਼ਨ ਹੈ ਜਾਂ ਜੋ ਓਵਰ ਹੈ P/Q ਦੀ ਫਾਰਮ ਉਹ ਟਰਮੀਨੇਟਿੰਗ ਹੈ ਜਾਂ ਨਾਨ ਟਰਮੀਨੇਟਿੰਗ ਡੈਸੀਮਲ ਹੈ। ਕੋਈ ਵੀ ਰੈਸ਼ਨਲ ਨੰਬਰ ਜਿਹੜਾ P/Q ਫਾਰਮ ਵਿੱਚ ਹੋਵੇ ਜਾਂ ਫਰੈਕਸ਼ਨ, Q ਦੇ ਫੈਕਟਰ ਜੋ ਹਨ 2 ਦੀ ਪਾਵਰ m 5 ਦੀ ਪਾਵਰ n ਦੇ ਵਿੱਚ ਬਣਨੇ ਚਾਹੀਦੇ ਨੇ, ਤਦ ਅਸੀਂ ਕਹਿੰਦੇ ਕਿ ਇਹ ਇੱਕ ਟਰਮੀਨੇਟਿੰਗ ਰਿਪਰੈਜ਼ੈਂਟੇਸ਼ਨ ਹੈ। ਜਾਂ ਇਹ ਕਹਿ ਲਵੋ ਜਾਂ ਇਕੱਲੇ 2 ਹੋਣ ਜਾਂ ਇਕੱਲੇ 5 ਹੋਣ ਜਾਂ 2 ਜਾਂ 5 ਹੋਣ, ਇਸ ਤੋਂ ਇਲਾਵਾ ਕੋਈ ਫੈਕਟਰ ਓਵਰ ਵਿੱਚ ਨਹੀਂ ਹੋਣਾ ਚਾਹੀਦਾ। ਜਿਵੇਂ ਮੈਂ ਇੱਕ ਐਗਜ਼ਾਮਪਲ ਲਈ ਆ 13/40, 40 ਦੇ ਫੈਕਟਰ ਵੇਖੋ, ਜਦੋਂ ਅਸੀਂ ਫੈਕਟਰ ਬਣਾਵਾਂਗੇ 2 ਦੀ ਪਾਵਰ 3 ਇੰਟੂ 5 ਦੀ ਪਾਵਰ 1, ਯਾਨੀ ਕਿ 2 ਦੀ ਪਾਵਰ m ਇੰਟੂ 5 ਦੀ ਪਾਵਰ n ਦੀ ਫਾਰਮ ਵਿੱਚ ਬਣ ਗਏ ਨੇ। ਇਹਦਾ ਅਰਥ ਇਹ ਹੈ ਕਿ ਇਹਨੂੰ ਜਦੋਂ ਅਸੀਂ 13 ਨੂੰ ਵਿੱਚ ਰੱਖ ਕੇ 40 ਨਾਲ ਡਿਵਾਈਡ ਕਰਾਂਗੇ ਤਾਂ ਇਹ ਟਰਮੀਨੇਟਿੰਗ ਬਣੇਗਾ, ਰਿਮਾਈਂਡਰ 0 ਬਣ ਜਾਏਗਾ। ਇਸੇ ਤਰ੍ਹਾਂ ਨਾਨ ਟਰਮੀਨੇਟਿੰਗ ਦੀ ਗੱਲ ਕਰੀਏ, ਜਿਵੇਂ 71/60 ਆ ਗਿਆ, ਇੱਥੇ ਅਸੀਂ 60 ਦੇ ਵੀ ਫੈਕਟਰ ਬਣਾਏ ਅਤੇ 2 ਦੀ ਪਾਵਰ 2 ਅਤੇ 5 ਦੀ ਪਾਵਰ 1 ਤੇ ਬਣ ਚੁੱਕਾ, ਪਰ ਇੱਥੇ ਇੱਕ ਹੋਰ
ਤੀਸਰਾ ਫੈਕਟਰ 3 ਵੀ ਆ ਗਿਆ। ਜਿਵੇਂ ਕਿ ਅੱਗੇ ਵੀ ਦੱਸਿਆ ਕਿ 2 ਤੋਂ 5 2 ਅਤੇ 5 ਤੋਂ ਇਲਾਵਾ ਹੋਰ ਕੋਈ ਵੀ ਫੈਕਟਰ ਵਿੱਚ ਨਹੀਂ ਹੋਣਾ ਚਾਹੀਦਾ। ਇੱਥੋਂ ਕੀ ਸਿੱਟਾ ਨਿਕਲਦਾ ਹੈ ਕਿ ਇਹ ਨਾਨ ਟਰਮੀਨੇਟਿੰਗ ਹੈ। ਕਹਿਣ ਤੋਂ ਭਾਵ ਕਿ ਜੇਕਰ ਅਸੀਂ 71 ਨੂੰ ਵਿੱਚ ਰੱਖ ਕੇ 60 ਨਾਲ ਡਿਵਾਈਡ ਕਰਾਂਗੇ ਤਾਂ ਇਹ ਨਾਨ ਟਰਮੀਨੇਟਿੰਗ ਬਣੇਗਾ, ਯਾਨੀ ਕਿ ਬਾਰ-ਬਾਰ ਕੋਈ ਬਲੋਕ ਰਿਪੀਟ ਹੋ ਸਕਦਾ। ਸੋ ਇਸ ਕਨਸੈਪਟ ਦੇ ਨਾਲ ਵੀ ਰਿਲੇਟਡ ਐਗਜ਼ਾਮ ਵਿੱਚ ਕਈ ਵਾਰ ਡਾਇਰੈਕਟ ਕੁਐਸਚਨ ਪੁੱਟ ਕਰ ਲੈਂਦੇ ਨੇ। ਸੋ ਬਹੁਤ ਮਹੱਤਵਪੂਰਨ ਚੈਪਟਰ ਸੀ, ਇਹ ਟੌਪਿਕ ਸੀ ਰੈਸ਼ਨਲ ਨੰਬਰ ਦਾ। ਆਸ ਹੈ ਕਿ ਤੁਹਾਨੂੰ ਸਾਰਾ ਕਨਸੈਪਟ ਜਿਹੜਾ ਵਾ ਕਲੀਅਰ ਹੋ ਗਿਆ ਹੋਵੇਗਾ। ਜੇਕਰ ਨਹੀਂ ਕਲੀਅਰ ਹੋਇਆ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਮੋਬਾਈਲ ਨੰਬਰ ਹੈ, ਤੁਸੀਂ ਵਟਸਐਪ ਨੰਬਰ ਵੀ ਉਹੀ ਹੈ। ਗਰੁੱਪ ਤੁਸੀਂ ਉਸ ਲਿੰਕ ਤੋਂ ਜੁਆਇਨ ਕਰ ਸਕਦੇ ਵਟਸਐਪ ਨੰਬਰ ਤੋਂ। ਸਭ ਕੋਈ ਵੀ ਡਾਊਟ ਹੋਵੇ ਤੁਸੀਂ ਮੇਰੇ ਨਾਲ ਕਲੀਅਰ ਕਰ ਸਕਦੇ। ਇਸ ਤੋਂ ਇਲਾਵਾ ਨੈਕਸਟ ਜੋ ਟੌਪਿਕ ਹਨ ਉਹ ਲਗਾਤਾਰ ਤੁਹਾਨੂੰ ਮਿਲਦੇ ਰਹਿਣਗੇ। ਅਗਲਾ ਟੌਪਿਕ ਵੀ ਕੁਝ ਦਿਨਾਂ ਤੱਕ ਤੁਹਾਨੂੰ ਅਪਡੇਟ ਹੋ ਜਾਏਗਾ।